ਅੱਛਾ ਤੁਹਾਨੂੰ ਇੱਥੇ ਕੀ ਚੀਜ਼ ਲੱਗੀ ਵੀ ਜਿਹੜਾ ਤੁਹਾਨੂੰ ਉੱਥੋਂ ਡਿਊਟੀ ਛੱਡ ਕੇ ਇੱਥੇ ਆਉਣਾ ਪਿਆ ਇੰਡੀਆ ਦੇ ਵਿੱਚ? ਕੀ ਤੁਸੀਂ ਇਦਾਂ ਦਾ ਵੇਖਿਆ ਇਸ ਅੰਦੋਲਨ ਦੇ ਵਿੱਚ? ਸ਼ੁਰੂ ਤੋਂ ਹੀ ਸਾਡੇ ਪਰਿਵਾਰ ਨੇ ਸੰਘਰਸ਼ ਲੜੇ ਆ। ਮਤਲਬ ਕਿ ਪੜਨਾਨਾ ਜੀ ਹੋਏ, ਮੇਰੇ ਨਾਨਾ ਜੀ ਵੀ ਫੌਜ ਵਿੱਚ ਹੀ 24 ਸਾਲ ਆਪਣੇ ਇੰਡੀਆ ਦੀ ਫੌਜ 'ਚ ਹੀ। ਮੇਰੇ ਦਾਦਾ ਜੀ, ਮੇਰੇ ਫਾਦਰ ਸਾਹਿਬ ਉਮਰ ਕੈਦ ਹੋਈ ਆ ਹੋਈ ਸੰਘਰਸ਼ਾਂ ਦੇ ਵਿੱਚ। ਸੋ ਦਿੱਕਤਾਂ ਹੋਣਗੀਆਂ ਜੀ, ਪਰ ਮੈਂ ਦੱਸਾਂ ਗੱਲ ਇਹ ਆ, ਜੇ ਆਪਾਂ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਈਏ ਨਾ ਕਿ ਜੋ ਦਿੱਕਤਾਂ ਉਹਨਾਂ ਦੇ ਆਈਆਂ ਸੀ ਤੇ ਉਹਨਾਂ ਨੇ ਆਪਣੇ ਸਿਰ ਨਹੀਂ ਝੁਕਾਏ, ਫਿਰ ਆਪਣੀਆਂ ਦਿੱਕਤਾਂ ਬਹੁਤ ਛੋਟੀਆਂ ਵਾ। ਸੋ ਦਿੱਕਤਾਂ ਹੈਗੀਆਂ, ਕੋਈ ਵੀ ਆ ਕੇ ਛਕਣਾ ਉੱਥੇ ਛਕ ਸਕਦਾ। ਸੋ ਤੇ ਕਿਸੇ ਨੂੰ ਫਿਰ ਇਨਕਾਰ ਇਹ ਨਾ ਕਰੋ ਵੀ ਤੂੰ ਇੱਥੇ ਚੱਲ ਜਾ। ਤੇ ਦੂਜੀ ਗੱਲ ਇਹ ਕਿ ਲੰਗਰਾਂ 'ਚ ਬਣਦਾ ਕੀ ਆ, ਇਹ ਵੀ ਬਹੁਤ ਜ਼ਰੂਰੀ ਹੈ। ਜੇ ਆਪਾਂ ਬਾਬੇ ਨਾਨਕ ਦੀ ਵੇਖੀ ਉਸ ਟਾਈਮ ਕਰਦੇ ਆ, ਠੀਕ ਆ, ਉਹਨਾਂ ਦੇ ਵੇਖੋ ਆਪਾਂ ਐਵੇਂ ਨਾ ਜ਼ਿਆਦਾ ਹੀ ਐਕਟਰਾਂ ਨੂੰ ਆਪਣਾ ਹੀਰੋ ਬਣਾ ਲੈਂਦੇ ਆ। ਬੰਦੇ ਦੀ ਪੜ੍ਹਾਈ ਲਿਖਾਈ ਵੇਖੀ ਦੀ ਆ, ਆਪਾਂ ਤੇ ਕੁੱਤਾ ਵੀ ਲੈਂਦੇ ਆ, ਉਹਦੀ ਪਹਿਲਾਂ ਨਸਲਾਂ ਵੇਖ ਕੇ ਲੈਂਦੇ ਆ। ਤਾਂ ਤੁਸੀਂ ਅੱਜ ਕੱਲ੍ਹ ਤੇ ਲੋਕ ਵੋਟਾਂ ਵੀ 100 ਰੁਪਇਆ ਲੈ ਕੇ ਜਿੰਨਾ ਇਹ ਸੰਘਰਸ਼ ਅੱਗੇ ਚੱਲਿਆ ਓਨਾ ਹੀ ਆਪਾਂ ਤਿਰੰਗੇ ਦੇ ਪੱਕੇ ਹੋ ਜਾਾਂਗੇ। ਕਿਉਂਕਿ ਫਿਰ ਆਪਾਂ ਉਹ ਗੱਲ ਤਿਰੰਗੇ ਦੀ ਕਰਦੇ ਹਾਂ, ਤਿਰੰਗਾ ਸਾਡਾ ਝੰਡਾ ਵਾ, ਕੇਸਰੀ ਰੰਗ ਸਿੱਖਾਂ ਨੇ ਕਿਹਾ ਤੇ ਉਹ ਉੱਪਰ ਆਇਆ। ਨਹੀਂ ਤੇ ਸ਼ਾਇਦ ਹੋ ਸਕਦਾ ਤੀਜੇ ਤੇ ਆਉਂਦਾ, ਤੇ ਆਇਆ ਵੀ ਇਸ ਲਈ ਕਿਉਂਕਿ ਉਹ ਸਿੱਖਾਂ ਨੂੰ ਉਹ ਮਾਣ ਦਿੱਤਾ ਗਿਆ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਓ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੱਕ ਉਹ ਕੌਮ ਹੈ ਕਿ ਜਿੱਥੇ ਵੀ ਜਾਂਦੇ ਨੇ ਤਾਂ ਸਾਨੂੰ ਇਦਾਂ ਲੱਗਦਾ ਵੀ ਸਾਰਾ ਪੰਜਾਬ ਇੱਥੇ ਆਇਆ ਹੋਇਆ। ਉੱਥੇ ਜਾ ਕੇ ਆਪਣਾ ਮੁਲਕ ਵਸਾ ਲੈਂਦੇ ਨੇ, ਆਪਣਾ ਦੇਸ਼ ਵਸਾ ਲੈਂਦੇ ਨੇ, ਕਿਉਂਕਿ ਜਦੋਂ ਅਸੀਂ ਉੱਥੇ ਵੇਖਦੇ ਹਾਂ ਲੋਕਾਂ ਦੇ ਵਿੱਚ, ਉਹ ਤਾਂ ਸਾਨੂੰ ਲੱਗਦਾ ਵੀ ਸ਼ਾਇਦ ਸਾਰਾ ਪੰਜਾਬ ਹੀ ਸਾਡਾ ਇੱਥੇ ਆਇਆ ਹੋਇਆ। ਪਰ ਅੱਜ ਅਸੀਂ ਜਿਸ ਸ਼ਖਸੀਅਤ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇੱਦਾਂ ਦਾ ਇੱਕ ਕੰਮ ਕੀਤਾ ਟਿੱਕਰੀ ਬਾਰਡਰ ਤੇ ਆ ਕੇ, ਜੋ ਕਿ ਬਹਾਦਰਗੜ੍ਹ ਦਾ ਨਿਊ ਬੱਸ ਸਟੈਂਡ ਹੈ, ਤੇ ਉਸ ਨੂੰ ਆ ਕੇ ਪਿੰਡ ਦਾ ਨਾਂ ਦਿੱਤਾ ਕੈਲੀਫੋਰਨੀਆ, ਪਿੰਡ ਕੈਲੀਫੋਰਨੀਆ। ਡਾਕਟਰ ਸਵਾਈ ਮਾਨ ਸਿੰਘ ਜੀ, ਜੋ ਕਿ ਅਮਰੀਕਾ ਤੋਂ ਡਿਊਟੀ ਛੱਡ ਕੇ ਇੱਥੇ ਆਏ ਨੇ, ਆਓ ਫਿਰ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਸਾਨੂੰ ਇੱਥੋਂ ਆਪਣੇ ਪੰਜਾਬ ਦਾ ਜਿਹੜਾ ਪਰਿਵਾਰਕ ਪਿਛੋਕੜ ਹੈ ਉਹਦੇ ਬਾਰੇ ਦੱਸੋ ਜੀ। ਕਿੰਨਾ ਟਾਈਮ ਤੁਹਾਨੂੰ ਅਮਰੀਕਾ ਗਏ ਨੂੰ ਹੋ ਗਿਆ? ਹਾਂਜੀ, ਸੋ ਮੈਂ ਪਿੰਡ ਪੱਖੋ ਘਿਆ ਜੀ, ਮਾਝੇ 'ਚ ਪੈਂਦਾ, ਖਡੂਰ ਸਾਹਿਬ ਹਲਕਾ, ਤੇ ਮੈਂ 24 ਸਾਲ ਹੋ ਗਏ ਆ ਉਦੋਂ ਦਾ ਅਮਰੀਕਾ ਵਾਂ, ਨਿਊ ਜਰਸੀ ਸਟੇਟ। ਉੱਥੇ ਮੈਂ ਕਾਰਡੀਓਲੋਜੀ ਫੈਲੋਸ਼ਿਪ ਕਰ ਰਿਹਾ ਸੀ ਲਾਸਟ 6 ਮਹੀਨੇ ਵਿੱਚ। ਹਾਂਜੀ। ਅੱਛਾ ਤੁਹਾਨੂੰ ਇੱਥੇ ਕੀ ਚੀਜ਼ ਲੱਗੀ ਵੀ ਜਿਹੜਾ ਤੁਹਾਨੂੰ ਉੱਥੋਂ ਡਿਊਟੀ ਛੱਡ ਕੇ ਇੱਥੇ ਆਉਣਾ ਪਿਆ ਇੰਡੀਆ ਦੇ ਵਿੱਚ? ਕੀ ਤੁਸੀਂ ਇਦਾਂ ਦਾ ਵੇਖਿਆ ਇਸ ਅੰਦੋਲਨ ਦੇ ਵਿੱਚ? ਸੋ ਤੁਹਾਡੇ ਮੀਡੀਆ ਥਰੂ ਹੀ ਜ਼ਿਆਦਾ ਜੀ ਜੋ ਵੇਖਿਆ, ਉਹ ਆਪਣੇ ਜਿਹੜੇ ਬਜ਼ੁਰਗ ਕਹਿ ਲਓ ਕਿ ਤੜਫਦੇ ਵੇਖੇ, ਸੜਕਾਂ ਤੇ ਵੇਖੇ, ਇਕੱਲੇ ਵੇਖੇ। ਮੈਨੂੰ ਲੱਗਦਾ ਹੈ ਕਿ ਜਿੱਦਾਂ ਉਹਨਾਂ ਨੂੰ ਸਹਾਰਾ ਚਾਹੀਦਾ, ਉਹਨਾਂ ਨੂੰ ਆਪਣਾ ਯੂਥ ਚਾਹੀਦਾ, ਜਿਨ੍ਹਾਂ ਨੂੰ ਉਹਨਾਂ ਨੇ ਡਾਕਟਰ ਬਣਾਇਆ, ਉਹਨਾਂ ਨੂੰ ਇੰਜੀਨੀਅਰ ਬਣਾਇਆ, ਕੁਛ ਵੱਡਾ ਬਣਾਇਆ। ਉਹ ਸੋਚਦੇ ਹੋਣਗੇ ਕਿ ਯਾਰ ਜਿਨ੍ਹਾਂ ਨੂੰ ਅਸੀਂ ਬਣਾਤਾ ਹੋਗੇ ਤੇ ਛੱਡ ਕੇ ਤੇ ਨਹੀਂ ਸਾਨੂੰ ਚੱਲ ਗਏ। ਸੋ ਉਹਨਾਂ ਦੀ ਜਿਹੜੀ ਉਹ ਕਹਿ ਲਓ ਕਿ ਉਹਨਾਂ ਦੇ ਮੂੰਹ ਪੜੇ, ਜੋ ਕਿ ਉਹ ਫੀਲ ਕੀਤਾ ਕਿ ਇੱਥੇ ਲੋੜ ਆ, ਸੋ ਉਹਦੇ ਹਿਸਾਬ ਨਾਲ ਪਹੁੰਚ ਗਏ। ਹਾਂਜੀ। ਤੇ ਉੱਥੋਂ ਫਿਰ ਡਿਊਟੀ ਤੁਸੀਂ ਰਿਜ਼ਾਈਨ ਦੇ ਕੇ ਆਏ ਹੋ ਜਾਂ ਛੁੱਟੀ ਤੇ ਆਏ ਹੋ, ਕਿਸ ਤਰ੍ਹਾਂ ਆਏ ਹੋ? ਰਿਜ਼ਾਈਨ ਦੇਣ ਦਾ ਟਾਈਮ ਨਹੀਂ ਲੱਗਾ ਜੀ। ਜਿੱਦਣ ਆਹ ਸ਼ੁਰੂ ਹੋਇਆ ਉਹ ਤੋਂ ਅਗਲੇ ਦਿਨ ਆ ਗਏ ਜਹਾਜ਼ ਚੜ੍ਹ ਕੇ। ਬਾਅਦ ਚੋਂ ਫਿਰ ਮੈਸੇਜ ਜੋ ਵੀ ਆਪਣਾ ਗੱਲਬਾਤ ਕਹੀ ਆ ਆਪਣੇ ਹਸਪੀਟਲ ਨਾਲ, ਤੇ ਉਹਨਾਂ ਨੂੰ ਮੈਂ ਇਹੋ ਐਕਸਪਲੇਨ ਕੀਤਾ ਕਿ ਯਾਰ ਇਹ ਲੜਾਈ ਬਹੁਤ ਵੱਡੀ ਆ, ਮੈਂ ਛੱਡ ਨਹੀਂ ਸਕਦਾ। ਫਿਰ ਉਹਨਾਂ ਦਾ ਕਹਿਣਾ ਹੈ ਕਿ ਹੋ ਸਕਦਾ ਤੇਰੀ ਜੌਬ ਚੱਲ ਜੇ। ਫਿਰ ਮੈਂ ਕਿਹਾ ਕਿ ਉਹ ਤਾਂ ਹੁਣ ਮੈਂ ਸੋਚ ਨਹੀਂ ਸਕਦਾ, ਕਿਉਂਕਿ ਜਦੋਂ ਜੰਗ ਦੇ ਮੈਦਾਨ 'ਚ ਆ ਗਏ ਆ, ਜਦੋਂ ਸੇਵਾ ਕਹਿ ਦਿੱਤਾ ਕਿ ਅਸੀਂ ਕਰਨੀ ਆਪਣੇ ਬਜ਼ੁਰਗਾਂ ਨੂੰ, ਹੁਣ ਭਾਵੇਂ ਜੌਬ ਜਾਵੇ ਜਾਂ ਕੁਛ ਜਾਵੇ, ਉਹਦੀ ਕੀਮਤ ਬਹੁਤ ਘੱਟ ਆ। ਉਹ ਡਾਕਟਰੀ ਜੇ ਮੈਂ ਬਣਿਆ ਜਾਂ ਤੇ ਮੈਂ ਉਹ ਇਨਸਾਨ ਆ, ਮੈਂ ਇਨਸਾਨੀਅਤ ਹੀ ਇਹ ਆ, ਇਨਸਾਨੀਅਤ ਦਾ ਰੂਲ ਆ, ਡਾਕਟਰ ਦਾ ਰੂਲ ਆ, ਜਿੱਥੇ ਸੇਵਾ ਦੀ ਲੋੜ ਆ ਉੱਥੇ ਸੇਵਾ ਕਰੋ। ਸੋ ਜੌਬ ਜਾਵੇ ਜਾਂ ਨਾ ਜਾਵੇ ਉਹ ਬਾਅਦ ਚੋਂ ਵੇਖਾਂਗੇ, ਜਦੋਂ ਸਾਰਾ ਕੁਝ ਖਤਮ ਹੋ ਗਿਆ ਕਿੱਥੇ ਲਾਈਫ 'ਚ ਆਪਾਂ ਸਟੈਂਡ ਕਰਦੇ ਹਾਂ। ਪਰ ਇਸ ਟਾਈਮ ਤੇ ਉਹ ਸੋਚਣ ਦਾ ਟਾਈਮ ਨਹੀਂ ਆ ਜੀ। ਮਤਲਬ ਉੱਥੋਂ ਤੁਸੀਂ ਮਾਹੌਲ ਵੇਖਿਆ ਸੋਸ਼ਲ ਮੀਡੀਆ ਦੇ ਜ਼ਰੀਏ, ਵੀਡੀਓ ਦੇ ਜ਼ਰੀਏ, ਫਿਰ ਤੁਸੀਂ ਇੱਥੇ ਆ ਗਏ, ਤੇ ਤੁਹਾਨੂੰ ਪਰਿਵਾਰ ਦਾ ਤੁਹਾਡੇ ਦਾ ਕੀ ਪ੍ਰਤੀਕਰਮ ਸੀ ਤੁਹਾਡੇ ਪ੍ਰਤੀ? ਸੋ ਪਰਿਵਾਰ ਦਾ ਇੱਦਾਂ ਜੀ ਕਿ ਉਹ ਸ਼ੁਰੂ ਤੋਂ ਹੀ ਸਾਡੇ ਪਰਿਵਾਰ ਨੇ ਸੰਘਰਸ਼ ਲੜੇ ਆ। ਮਤਲਬ ਕਿ ਪੜਨਾਨਾ ਜੀ ਹੋਏ, ਮੇਰੇ ਨਾਨਾ ਜੀ ਵੀ ਫੌਜ ਵਿੱਚ ਹੀ 24 ਸਾਲ ਆਪਣੇ ਇੰਡੀਆ ਦੀ ਫੌਜ 'ਚ ਹੀ। ਮੇਰੇ ਦਾਦਾ ਜੀ, ਮੇਰੇ ਫਾਦਰ ਸਾਹਿਬ ਉਮਰ ਕੈਦ ਹੋਈ ਆ ਹੋਈ ਸੰਘਰਸ਼ਾਂ ਦੇ ਵਿੱਚ। ਸੋ ਉਹ ਇੱਕ ਪਰਿਵਾਰਿਕ ਚੀਜ਼ ਹੁੰਦੀ ਆ ਜਿਹੜੀ ਤੁਹਾਨੂੰ ਛੋਟੇ ਹੁੰਦੇ ਪੜ੍ਹਾਈ ਜਾਂਦੀ ਹੈ, ਬਈ ਤੇਰੇ ਬਾਬੇ ਨੇ ਆਹ ਕੀਤਾ, ਪਿਓ ਨੇ ਆਹ ਕੀਤਾ, ਤੇਰੇ ਪੜਨਾਨੇ ਨੇ ਆਹ ਕੀਤਾ। ਸੋ ਪੜ੍ਹਾਈ ਸੀ, ਉੱਧਰੋਂ ਪੜ੍ਹਾਈ ਸਾਡੀ ਭਗਤ ਸਿੰਘ ਦੀ, ਛੋਟੇ ਸਾਹਿਬਜ਼ਾਦਿਆਂ ਦੀ। ਉਹ ਪੜ੍ਹਾਈ ਤੁਹਾਨੂੰ ਇਹੋ ਹੀ ਆਉਂਦੀ ਆ ਕਿ ਜੇ ਤੁਹਾਡੇ ਕਦੀ ਲੋਕਾਂ 'ਤੇ ਇਹੋ ਜਿਹਾ ਟਾਈਮ ਬਣੇ ਤਾਂ ਤੁਹਾਡਾ ਪਹੁੰਚਣਾ ਲਾਜ਼ਮੀ ਆ। ਉਦੋਂ ਤੁਸੀਂ ਉੱਥੇ ਜਾਓ, ਮੈਦਾਨ 'ਚ ਜਾਓ।
ਸੋ ਉਹਦੇ ਕਰਕੇ ਅਸੀਂ ਆ ਗਏ ਇੱਥੇ ਜੀ। ਸੋ ਜਦੋਂ ਤੁਸੀਂ ਇੱਥੇ ਆਏ ਹੋ, ਪਹੁੰਚੇ ਹੋ, ਇਸ ਚੀਜ਼ ਨੂੰ ਮੰਨ ਕੇ ਜੋ ਤੁਸੀਂ ਇੱਥੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਰੌਣਕ ਮੇਲਾ ਲਾਇਆ ਹੈ, ਜੋ ਰੰਗ ਤੇ ਇਸ ਟਾਈਮ ਇੱਥੇ ਪੰਜਾਬੀਅਤ ਦੀ ਚੜ੍ਹੀ ਹੋਈ ਹੈ, ਇਸ ਬੱਸ ਸਟੈਂਡ ਨੂੰ ਅਸੀਂ ਬੱਸ ਸਟੈਂਡ ਨਹੀਂ ਕਹਿ ਸਕਦੇ, ਇੱਕ ਬਹੁਤ ਹੀ ਵਧੀਆ ਤਰ੍ਹਾਂ ਦਾ ਇੱਕ ਤੁਸੀਂ ਪਿੰਡ ਜਿਵੇਂ ਕੈਲੀਫੋਰਨੀਆ ਵਸਾਤਾ, ਇੱਕ ਬਹੁਤ ਵਧੀਆ ਇੱਕ ਹਸਪੀਟਲ ਦਾ ਰੂਪ ਸਾਨੂੰ ਇਹ ਲੱਗ ਰਿਹਾ ਹੈ। ਜਦੋਂ ਤੁਸੀਂ ਆਏ ਹੋ ਫਿਰ ਉੱਥੇ ਤੁਹਾਨੂੰ ਕਿੰਨਾ ਲੋਕਾਂ ਦਾ ਸਹਿਯੋਗ ਰਿਹਾ ਤੇ ਤੁਹਾਨੂੰ ਕੀ ਦਿੱਕਤਾਂ ਆਈਆਂ? ਸੋ ਜਦੋਂ ਮੈਂ ਆਇਆ ਸੀ ਮੈਂ ਇਕੱਲਾ ਆਇਆ ਸੀ, ਫਿਰ ਹੌਲੀ ਨਾਲ ਇੱਕ ਡਾਕਟਰ ਦਿਓਲ ਆ, ਹੁਣ USA ਆ ਉਹ, ਤੇ ਉਹ ਨਾਲ ਰਲ ਗਏ, ਫਿਰ 1 ਤੋਂ 2 ਤੇ 2 ਤੋਂ 4 ਤੇ ਹੁਣ ਕਰਦਿਆਂ ਫਿਰ ਇੱਥੇ ਜਿੱਦਾਂ ਬਰਾੜ ਸਾਹਿਬ ਆ, ਇੱਦਾਂ ਹੌਲੀ ਟੀਮ ਸਾਡੀ ਰਲਦੀ ਗਈ। ਫਿਰ ਇੱਥੋਂ ਆ ਜਿਹੜੇ ਆਪਣੇ ਕਵਰ ਬਾਈ ਆ, ਹਰਫ ਚੀਮਾ ਵਾ, ਇੱਥੇ ਰੁਪਿੰਦਰ ਜਲਾਲ ਆ ਕਬੱਡੀ ਦੇ ਪਲੇਅਰ, ਉਹਨਾਂ ਨੇ ਸਦਾ ਹੀ ਇਹੋ ਹੀ ਕਿਹਾ ਬਾਈ ਤਾਰੇ ਨਾਲ ਆ, ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਅਸੀਂ ਇੱਥੇ ਹਾਜ਼ਰ ਹਾਂ। ਸੋ ਇੱਦਾਂ ਵੀਰਾਂ ਦਾ ਨਾਲ ਸਾਥ ਆ, ਮਤਲਬ ਇੰਨਾ ਹੀ ਬਹੁਤ ਹੁੰਦਾ ਹੌਸਲਾ, ਕਿਉਂਕਿ ਹਰ ਇੱਕ ਬੰਦਾ ਇੱਥੇ ਆਪਣਾ ਕੰਮ ਕਰ ਰਿਹਾ ਤੇ ਤੁਸੀਂ ਵੀ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦੇ, ਤੁਸੀਂ ਇਹ ਕਹਿੰਦੇ ਹੋ ਕਿ ਮੈਂ ਇਸ ਤੋਂ ਵੱਧ ਕੀ ਚੀਜ਼ ਕਰ ਸਕਦਾ। ਸੋ ਸ਼ੁਰੂ ਕੀਤਾ ਸੀ ਮੈਡੀਕਲ ਤੋਂ ਬਾਅਦ ਅਸੀਂ ਕਿਤਾਬਾਂ ਦਾ ਲੰਗਰ ਲਾਇਆ, ਸਾਫ਼ ਸਫਾਈ ਵੱਲ ਹੋ ਗਏ। ਫਿਰ ਜਦੋਂ ਆਪਣੇ ਬਜ਼ੁਰਗਾਂ ਦਾ ਦਰਦ ਵੇਖਿਆ ਕਿ ਉਹਨਾਂ ਨੂੰ ਲੋੜ ਹੈ ਇਸ ਵੇਲੇ ਰਹਿਣ ਬਸੇਰੇ ਦੀ, ਫਿਰ ਆਵਲੇ ਕੰਮ ਵੱਲ ਹੋ ਗਏ। ਸੋ ਜਿਹੜੀ ਵੀ ਚੀਜ਼ ਦੀ ਲੋੜ ਮਹਿਸੂਸ ਕਰਦੇ ਆ ਉਹ ਉਹਦੇ ਵੱਲ ਵੱਧ ਜਾਂਦੇ ਆ। ਬਾਕੀ ਵੀਰ ਇੱਥੇ ਬਹੁਤ ਆ, ਮਤਲਬ ਇਹ ਕਹੂੰਗਾ ਕਿ ਕੋਈ ਵੀ ਐਸਾ ਇਨਸਾਨ ਨਹੀਂ ਜਿਹੜਾ ਮੈਨੂੰ ਪਹਿਲਾਂ ਜਾਣਦਾ ਸੀ, ਇੱਥੇ ਸਾਰੇ ਨਵੇਂ ਮਿਲੇ, ਪਰ ਸਾਰੇ ਭਰਾ ਆ, ਕਿਉਂਕਿ ਉਹਨਾਂ ਨੇ ਜਦੋਂ ਤੁਹਾਨੂੰ ਐਸੀ ਘੜੀ ਵਿੱਚ ਲੋਕ ਮਿਲਦੇ ਜਿਹੜੇ ਸੇਵਾ ਕਰਨਾ ਚਾਹੁੰਦੇ ਆ, ਤੁਹਾਡੀ ਸੋਚ ਰੱਖਦੇ ਹੋਣ, ਫਿਰ ਉਹ ਭਰਾਵਾਂ ਤੋਂ ਘੱਟ ਨਹੀਂ ਹੋਏ। ਜੀ। ਸੋ ਹੁਣ ਤੁਸੀਂ ਇੱਥੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਕਾਫੀ ਦਿਨਾਂ ਤੋਂ ਵੇਖ ਰਹੇ ਹੋ, ਮਹਿਸੂਸ ਕਰ ਰਹੇ ਹੋ, ਤੇ ਤੁਹਾਨੂੰ ਕੀ ਦਿੱਕਤਾਂ ਨੇ ਜਿਹੜੀਆਂ ਤੁਹਾਨੂੰ ਹਜੇ ਵੀ ਸਾਡੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਲੱਗਦੀਆਂ ਨੇ ਜੀ? ਸੋ ਦਿੱਕਤਾਂ ਹੋਣਗੀਆਂ ਜੀ, ਪਰ ਮੈਂ ਦੱਸਾਂ ਗੱਲ ਇਹ ਆ, ਜੇ ਆਪਾਂ ਆਪਣੇ 4 ਸਾਹਿਬਜ਼ਾਦਿਆਂ ਨੂੰ ਯਾਦ ਕਰ ਲਈਏ ਨਾ, ਕਿ ਜੋ ਦਿੱਕਤਾਂ ਉਹਨਾਂ ਦੇ ਆਈਆਂ ਸੀ ਤੇ ਉਹਨਾਂ ਨੇ ਆਪਣੇ ਸਿਰ ਨਹੀਂ ਝੁਕਾਏ, ਫਿਰ ਆਪਣੀਆਂ ਦਿੱਕਤਾਂ ਬਹੁਤ ਛੋਟੀਆਂ ਵਾ। ਸੋ ਦਿੱਕਤਾਂ ਹੈਗੀਆਂ ਵਾ। ਹੁਣ ਜੇ ਅਸੀਂ ਮੈਡੀਕਲ ਦੀ ਗੱਲ ਕਰਾਂ, ਇੱਕ ਚੀਜ਼ ਤੇ ਚੱਲ ਜਾਣਾ, ਮੈਡੀਕਲ ਦੀ ਗੱਲ ਕਰਾਂ ਤੇ ਮੈਡੀਕਲ ਵਿੱਚ ਇੱਥੇ ਪੰਜਾਬ ਦੇ ਲੋਕ ਖਾਸ ਕਰਕੇ ਗੋਲੀਆਂ ਦੇ ਲੱਗਦਾ ਸ਼ਿਕਾਰ ਹੋ ਗਏ ਆ। ਮਤਲਬ ਕਿ ਇੱਕ ਫਾਰਮਾਸਿਊਟੀਕਲ ਕੰਪਨੀਆਂ ਨੇ ਜਾਂ ਕਿੱਦਾਂ ਵੀ ਇੱਕ ਨਾ ਉਹ ਕ੍ਰੀਏਟ ਕਰਤੇ ਆ ਇੱਕ ਚੀਜ਼ ਕਿ ਗੋਲੀਆਂ ਜ਼ਰੂਰੀ ਆ, ਲਾਜ਼ਮੀ ਆ। ਡਾਕਟਰ ਕੋਲ ਜਾਂਦੇ ਹੋ ਤੇ ਹਰ ਇੱਕ ਬੰਦਾ ਗੋਲੀ ਮੰਗਦਾ, ਕਹ ਲਓ ਉਹ ਜਿੱਦਾਂ ਭਾਵੇਂ ਐਲਪਰਾਜ਼ੋਲਮ ਆ, ਜਿਹੜੀ ਇੱਕ ਅਬਿਊਜ਼ ਡਰੱਗ ਆ, ਇੱਕ ਡਰੱਗ ਆ, ਗੇਟਵੇ ਡਰੱਗ ਆ, ਉਹਨੂੰ ਬਹੁਤ ਵੱਡੀ ਤਰ੍ਹਾਂ ਦਿੱਤਾ ਜਾਂਦਾ। ਫਿਰ ਹੋਰ ਵੀ ਮੈਡੀਕੇਸ਼ਨਸ ਹੈ ਜਿਹੜੀਆਂ ਅਬਿਊਜ਼ ਹੋ ਰਹੀਆਂ, ਸਿਟਰਜ਼ੀਨ ਅਬਿਊਜ਼ ਹੋ ਰਹੀ ਹੈ, ਐਂਟੀਬਾਇਓਟਿਕਸ ਅਬਿਊਜ਼ ਹੁੰਦੀਆਂ। ਸੋ ਚੀਜ਼ਾਂ ਅੱਗੇ ਆ ਰਹੀਆਂ। ਕਿਤਾਬਾਂ ਵੱਲੋਂ, ਬੁੱਕਸ ਵੱਲੋਂ ਸਾਨੂੰ ਵੇਖ ਰਿਹਾ ਕਿ ਸਾਡੇ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਪੜ੍ਹਾਈ ਆ ਉਹ ਕਿਤੇ ਲੈਕਿੰਗ ਆ, ਹੈ ਨਾ। ਸੋ ਉਹ ਵੀ ਅੱਗੇ ਵੇਖਦਾ, ਉਹ ਤੇ ਲੋਕ ਵੀ ਸਾਨੂੰ ਦੱਸਦੇ ਕਿ ਹੁਣ ਆਪਾਂ ਜਦੋਂ ਵਾਪਸ ਜਾਣਾ ਇੱਥੋਂ, ਆਪਣੇ ਪੰਜਾਬ ਦੀ ਜਿਹੜੀ ਪੜ੍ਹਾਈ ਆ ਉਹਨੂੰ ਬੈਟਰ ਕਰਨਾ, ਆਪਣਾ ਜਿਹੜਾ ਹਸਪੀਟਲ ਸਿਸਟਮ ਉੱਤੇ ਹੈਲਥ ਕੇਅਰ ਸਿਸਟਮ ਉਹਨੂੰ ਬੈਟਰ ਕਰਨਾ। ਫਿਰ ਜੇ ਅਸੀਂ ਰਹਿਣ ਬਸੇਰਿਆਂ 'ਤੇ ਆ ਜਾਈਏ ਤੇ ਇੱਥੇ ਠੀਕ ਆ। ਦਿੱਕਤਾਂ ਇੱਕ ਵੱਡੀ ਜਿਹੜੀ ਇੱਕ ਹੋਰ ਵਿਖ ਰਹੀ ਆ, ਉਹ ਆ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਨਾਮ ਲਿਖ ਦਿੰਦੇ ਹੋ ਨਾ ਲੰਗਰ ਦਾ ਨਾਮ, ਜਿਹੜਾ ਲੰਗਰ ਦਾ ਲਫ਼ਜ਼ ਆ ਬਹੁਤ ਵੱਡਾ ਲਫ਼ਜ਼ ਆ, ਉਹਦਾ ਮਤਲਬ ਹੈ ਕਿ ਉਹ ਸਾਰਿਆਂ ਲਈ ਆ, ਉੱਥੇ ਤੁਸੀਂ ਕਿਸੇ ਨੂੰ ਨਾ ਨਹੀਂ ਕਰ ਸਕਦੇ। ਸੋ ਜਾਂ ਤੇ ਲੰਗਰ ਨਾ ਲਿਖੋ, ਤੇ ਜੇ ਤੁਸੀਂ ਲੰਗਰ ਲਿਖਦੇ ਹੋ ਉੱਥੇ ਭਾਵੇਂ ਕੋਈ ਵੀ ਆ ਕੇ ਛਕਣਾ, ਉੱਥੇ ਛਕ ਸਕਦਾ। ਸੋ ਉੱਥੇ ਕਿਸੇ ਨੂੰ ਫਿਰ ਇਨਕਾਰ ਇਹ ਨਾ ਕਰੋ ਵੀ ਤੂੰ ਇੱਥੇ ਚੱਲ ਜਾ। ਤੇ ਦੂਜੀ ਗੱਲ ਇਹ ਕਿ ਲੰਗਰਾਂ 'ਚ ਬਣਦਾ ਕੀ ਆ, ਇਹ ਵੀ ਬਹੁਤ ਜ਼ਰੂਰੀ ਹੈ। ਜੇ ਆਪਾਂ ਬਾਬਾ ਨਾਨਕ ਦੀ ਵੇਖੀ ਉਸ ਟਾਈਮ ਤੇ, ਕਿ ਜਦੋਂ ਬਾਬਾ ਨਾਨਕ ਨੇ ਜਦੋਂ ਇਹ ਲੰਗਰ ਦੀ ਜਿਹੜੀ ਰੀਤ ਆ ਉਹ ਸ਼ੁਰੂ ਕੀਤੀ ਹੋਊਗੀ, ਜਦੋਂ ਇਹ ਸਾਡੇ ਸਿੱਖੀ ਵਿੱਚ ਆਈ ਆ ਲੰਗਰ, ਉਹਦਾ ਮਤਲਬ ਕੀ ਸੀ ਕਿ ਦਾਲ ਫੁਲਕਾ, ਸਵੇਰੇ ਦਲੀਆ ਹੋ ਸਕਦਾ, ਪਰ ਪਕੌੜੇ ਤੇ ਜਲੇਬੀਆਂ, ਮਤਲਬ ਆਪਾਂ ਇੱਥੋਂ ਬਿਮਾਰ ਹੋ ਕੇ ਥੋੜ੍ਹੇ ਜਾਣਾ। ਸੋ ਆਪਾਂ ਨੂੰ ਸੋਚਣਾ ਚਾਹੀਦਾ ਕਿ ਕਿਹੜੇ ਤਰ੍ਹਾਂ ਦੇ ਫੂਡਸ ਆਪਾਂ ਲੋਕਾਂ ਦੇ ਅੱਗੇ ਰੱਖਣੇ ਆ, ਲੰਗਰ ਦਾ ਮਤਲਬ ਕੀ ਆ ਉਹ ਵੀ ਸਮਝਣਾ ਚਾਹੀਦਾ ਆਪਾਂ ਨੂੰ ਇੱਕ ਵਾਰੀ। ਬਿਲਕੁਲ। ਸੋ ਇੱਕ ਛੋਟਾ ਜਿਹਾ ਸਵਾਲ ਬਾਈ ਜੀ ਹਟ ਕੇ ਦੇਖੋ, ਤੁਸੀਂ ਪੰਜਾਬ ਤੋਂ ਗਏ, ਇੰਡੀਆ ਤੋਂ ਗਏ, ਉੱਥੇ ਜਾ ਕੇ ਇੱਥੋਂ ਦੇ ਹਾਲਾਤ ਦੇਖੇ, ਉਹ ਦਰਦ ਨੂੰ ਮਹਿਸੂਸ ਕੀਤਾ, ਤੇ ਤੁਸੀਂ ਇੱਥੋਂ ਭੱਜਿਆ ਆਪਣੇ ਪੰਜਾਬੀਆਂ ਦੇ ਦਰਦ ਨੂੰ ਨਹੀਂ ਵੇਖ ਸਕੇ, ਇੰਡੀਆ ਦੇ ਲੋਕਾਂ ਦੇ ਦਰਦ ਨੂੰ ਨਹੀਂ ਵੇਖ ਸਕੇ। ਪਰ ਜਿਹੜੇ ਸਾਡੇ ਇੱਥੋਂ ਦੇ ਲੈ ਕੇ ਰਹਿਣ ਵਾਲੇ ਲੋਕ ਨੇ, ਕੁਛ ਆਪਾਂ ਆਪਣੇ ਫਿਲਮੀ ਐਕਟਰਸ ਹਿਮਾ ਮਾਲਿਨੀ ਉਹਦੀ ਗੱਲ ਕਰ ਲਈਏ, ਉਹ ਕਹਿੰਦੀ ਇਹਨਾਂ ਨੂੰ ਮੁੱਦੇ ਦੇ ਨਹੀਂ ਪਤਾ। ਦੇਖੋ, ਮੁੱਦਾ ਪਤਾ ਨਾ ਹੋਵੇ, ਮੈਨੂੰ ਹੋ ਸਕਦਾ ਮੈਨੂੰ ਵੀ ਮੁੱਦੇ ਨਹੀਂ ਪਤਾ। ਸਾਡੇ ਵਕੀਲ ਸਾਹਿਬ ਆ, ਇਹ ਸਾਨੂੰ ਸਾਰਾ ਕੁਝ ਦੱਸਦੇ ਆ ਕਿ ਆ ਲਾਜ਼ ਕੀ ਆ, ਫਾਰਮ ਲਾਜ਼ ਆ। ਸੋ ਸਾਡੀ ਨੌਲੇਜ 'ਚ ਵਾਧਾ ਕਰਦੇ ਆ। ਪਰ ਮੈਂ ਇੱਕ ਡਾਕਟਰ ਆ, ਮੈਨੂੰ ਫਾਰਮ ਲਾਜ਼, ਹੁਣ ਗੱਲ ਫਾਰਮ ਲਾਜ਼ ਦੀ ਨਹੀਂ ਆ, ਮੈਨੂੰ ਪਤਾ ਹੋਵੇ ਨਾ ਪਤਾ ਹੋਵੇ, ਡਜ਼ਨਟ ਮੈਟਰ। ਜੇ ਬਜ਼ੁਰਗ ਤੁਹਾਡੇ ਆ, ਹੈ ਨਾ, ਵੱਡੇ ਵਡੇਰੇ ਤੁਹਾਡੇ ਸੜਕਾਂ 'ਤੇ ਆ, ਹੁਣ ਉਹ ਗੱਲ ਰਹਿ ਨਹੀਂ ਗਈ ਕਿ ਮੈਨੂੰ ਫਾਰਮ ਲਾਜ਼ ਪਤਾ ਕਿ ਨਹੀਂ ਪਤਾ, ਮੈਂ ਕਿਸਾਨ ਆ ਕਿ ਨਹੀਂ ਕਿਸਾਨ। ਉਹ ਤੂੰ ਪੁੱਤ ਤੇ ਹੈਗਾ ਨਾ ਕਿਸੇ ਦਾ, ਤੇ ਜੇ ਤੂੰ ਕਿਸਾਨ ਦਾ ਪੁੱਤ ਆ ਜਾਂ ਤੂੰ ਕਿਸੇ ਹਿਊਮਨ ਦਾ ਪੁੱਤ ਆ, ਮਤਲਬ ਕਿ ਇਹ ਹਿਊਮੈਨਿਟੀ ਦੀ ਗੱਲ ਆ ਗਈ। ਤੁਹਾਡੇ ਬਜ਼ੁਰਗ ਇੱਥੇ ਮਰ ਰਹੇ ਆ, ਉਹਨਾਂ ਨੂੰ ਤੁਹਾਡੀ ਲੋੜ ਆ। ਹੁਣ ਇਹ ਫਾਰਮ ਬਿਲਸ ਦੀ ਗੱਲ ਨਹੀਂ ਰਹਿ ਗਈ, ਇਹ ਹੁਣ ਕੋਈ ਗੱਲ ਉਹਨਾਂ ਗੱਲਾਂ ਤੋਂ ਉੱਠ ਗਈ ਆ, ਇਹ ਸੇਵਾ ਦੀ ਗੱਲ ਆ। ਸੋ
ਇਹ ਜਿਹੜੇ ਵੀ ਲੋਕ ਪਿੱਛੇ ਰਹਿ ਗਏ ਆ, ਮੈਂ ਉਹਨਾਂ ਨੂੰ ਇਹੋ ਕਹੂੰਗਾ ਕਿ ਇੱਥੇ ਵੇਖੋ, ਇੱਥੋਂ ਦਾ ਦਰਦ ਸਮਝਣ ਦੀ ਕੋਸ਼ਿਸ਼ ਕਰੋ। ਇਹ ਤੁਹਾਡੇ ਲੋਕ ਆ, ਕੱਲ ਤੁਸੀਂ ਇਹਨਾਂ 'ਚ ਰਹਿਣਾ। ਸੋ ਜਿਹੜੇ ਐਕਟਰ ਉਕਟਰ ਆ, ਗੱਲਾਂ ਕਰਦੇ ਆ, ਠੀਕ ਆ, ਉਹਨਾਂ ਦੇ ਵੇਖੋ ਆਪਾਂ ਐਵੇਂ ਨਾ ਜ਼ਿਆਦਾ ਹੀ ਐਕਟਰਾਂ ਨੂੰ ਆਪਣਾ ਹੀਰੋ ਬਣਾ ਲੈਂਦੇ ਆ। ਬੰਦੇ ਦੀ ਪੜ੍ਹਾਈ ਲਿਖਾਈ ਵੇਖੀ ਦੀ ਆ, ਆਪਾਂ ਤੇ ਕੁੱਤਾ ਵੀ ਲੈਂਦੇ ਆ, ਉਹਦੀ ਪਹਿਲਾਂ ਨਸਲਾਂ ਵੇਖ ਕੇ ਲੈਂਦੇ ਆ। ਤਾਂ ਤੁਸੀਂ ਅੱਜ ਕੱਲ ਤੇ ਲੋਕ ਵੋਟਾਂ ਵੀ 100 ਰੁਪਇਆ ਲੈ ਕੇ ਪਾ ਦਿੰਦੇ ਆ, ਵੇਖਦੇ ਨਹੀਂ ਅੱਗੇ ਕੌਣ ਹੈ ਜੀ। ਸੋ ਨਸਲ ਵੇਖੋ, ਹਰ ਇੱਕ ਇਨਸਾਨ ਦੀ ਨਸਲ ਵੇਖੋ, ਉਹ ਪਿੱਛੋਂ ਉਹਦੇ ਵੱਡਿਆਂ ਵਡੇਰਿਆਂ ਨੇ ਕੀ ਕੀਤਾ, ਤੇ ਉਹ ਵੇਖ ਕੇ ਤੁਸੀਂ ਉਹਨੂੰ ਹੀਰੋ ਬਣਾਇਆ ਕਰੋ। ਐਵੇਂ ਦੋ ਗੱਲਾਂ ਕਿਸੇ, ਹੁਣ ਮੇਰੇ ਵਰਗਾ ਵੀ ਇੱਥੇ ਆ ਕੇ ਦੋ ਗੱਲਾਂ ਕਰ ਗਿਆ, ਤੁਸੀਂ ਕਹਿਣਾ ਬਈ ਹਾਂ ਬਹੁਤ ਵਧੀਆ। ਪਹਿਲਾਂ ਵੇਖੋ ਬਈ ਇਹਦੇ ਬੰਦੇ ਦੇ ਕੰਮ ਹੈਗੇ ਆ, ਗੱਲਾਂ ਕਰਨਾ ਨਾ ਕਿਸੇ ਨੂੰ ਹੀਰੋ ਬਣਾ ਲਓ। ਦੋ ਗੱਲਾਂ ਕਰਤੀਆਂ ਤੁਸੀਂ ਹੀਰੋ ਬਣਾ ਲੈਂਦੇ। ਇਹੋ ਹੀ ਆਪਣੇ ਪੰਜਾਬੀਆਂ ਦੀ ਬਹੁਤ ਗਲਤ ਚੀਜ਼ ਆ ਜਿਹੜੀ ਇਲੈਕਸ਼ਨਾਂ ਜਾ ਕੇ ਕੋਈ ਬੰਦਾ ਦੋ ਗੱਲਾਂ ਵਧੀਆ, ਉਹ ਬਹੁਤ ਵਧੀਆ, ਉਹਦਾ ਯਾਰ ਪਿੱਛੇ ਤੇ ਵੇਖੋ ਉਹਨੇ ਕੀਤਾ ਵੀ ਕੁਝ ਹੈਗਾ ਕਿ ਐਵੇਂ ਗੱਲਾਂ ਹੀ ਕਰ ਗਿਆ। ਗੱਲਾਂ ਤੇ ਕੋਈ ਵੀ ਕਰ ਜਾਂਦਾ। ਸੋ ਇਹ ਚੀਜ਼ਾਂ ਵਾ ਜੋ ਠੀਕ ਆ। ਸੋ ਇਹ ਗੱਲ ਤੁਸੀਂ ਬੜੀ ਵਧੀਆ ਕੀਤੀ ਹੈ ਜੀ। ਪਰ ਅਸੀਂ ਦੇਖੀਏ ਇੱਥੇ ਇਸ ਅੰਦੋਲਨ ਨੇ ਸਾਡੇ ਲੋਕਾਂ ਦੇ ਵਿੱਚ, ਸਾਡੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ, ਭਾਰਤ ਦੇ ਨੌਜਵਾਨਾਂ ਦੇ ਵਿੱਚ ਇੱਕ ਵੱਖਰੀ, ਜਿਵੇਂ ਕਹਿੰਦੇ ਨੇ, ਰੂਪ ਫੂਕੀ ਹੈ ਜੀ। ਸਾਨੂੰ ਤੁਸੀਂ ਇਹਦੇ ਵਿੱਚੋਂ ਸਾਡੇ ਭਾਰਤ ਦੇ ਕਹਿ ਲਈਏ, ਪੰਜਾਬ ਦੇ ਕਹਿ ਲਈਏ, ਭਵਿੱਖ ਨੂੰ ਕਿਵੇਂ ਦੇਖਦੇ ਹੋ? ਬਹੁਤ ਜ਼ਿਆਦਾ ਯੂਨਿਟੀ ਆਊਗੀ ਇਹਦੇ ਕਰਕੇ। ਸੋ ਅਸੀਂ ਜੋ ਇੱਥੇ ਵੇਖ ਰਹੇ ਹਾਂ, ਸਾਡੇ ਭਰਾਵਾਂ 'ਚ ਬਹੁਤ ਪਿਆਰ ਬਣਦੇ ਆ, ਹੈ ਨਾ। ਇੱਥੇ ਧਰਮਾਂ ਨੂੰ ਅਸੀਂ ਪਿੱਛੇ ਛੱਡ ਗਏ ਹਾਂ। ਸੋ ਸਾਡੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਹੁੰਦੀ, ਕੋਈ ਮੁਸਲਮਾਨ ਹੈ, ਕੋਈ ਹਿੰਦੂ ਆ, ਸਾਨੂੰ ਕੋਈ ਪਰਵਾਹ ਨਹੀਂ, ਕਿਉਂਕਿ ਹੁਣ ਮੇਰਾ ਮੈਡੀਕਲ ਜਿਹੜਾ ਕੈਂਪ ਆ ਉਹ ਇੱਕ ਹਿੰਦੂ ਲੀਡ ਕਰ ਰਿਹਾ। ਸੋ ਹੁਣ ਉਹ ਗੱਲ ਆ ਜਾਂਦੀ ਹਿੰਦੂ ਸਿੱਖ ਭਾਈ ਕਹ ਲਓ। ਤੇ ਫਿਰ ਜੇ ਆ ਗੱਲ ਆ ਜੀ ਹਰਿਆਣੇ ਦੇ, ਉਹਨਾਂ ਦੀ ਕਿੰਨੀ ਸਾਨੂੰ ਸਪੋਰਟ ਆ। ਉਹਨਾਂ ਦੀ ਸਪੋਰਟ ਤੋਂ ਬਿਨਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਹਾਂ। ਹੁਣ ਕੱਲ ਇੱਥੇ ਬੀਬੀਆਂ ਆਈਆਂ ਵਾ ਸਾਰੇ ਇੰਡੀਆ ਤੋਂ, ਆਪਣੇ ਅਸਾਮ ਤੋਂ, ਰਾਜਸਥਾਨ ਤੋਂ, ਕਰਨਾਟਕਾ ਤੋਂ, ਬਿਹਾਰ ਤੋਂ, ਤੇ ਸਾਰਿਆਂ ਨੇ ਬਹੁਤ ਜ਼ਿਆਦਾ ਮਤਲਬ ਕਿ ਇੱਕ ਕਹ ਲਓ ਕਿ ਇੱਕ ਯੂਨਿਟੀ ਦੀ ਗੱਲ ਕੀਤੀ ਆ। ਸੋ ਆਈ ਥਿੰਕ ਓਵਰਆਲ ਦੇਸ਼ ਵਿੱਚ ਜਿੰਨਾ ਇਹ ਸੰਘਰਸ਼ ਅੱਗੇ ਚੱਲਿਆ, ਓਨਾ ਹੀ ਆਪਾਂ ਤਿਰੰਗੇ ਦੇ ਪੱਕੇ ਹੋ ਜਾਾਂਗੇ। ਕਿਉਂਕਿ ਫਿਰ ਆਪਾਂ ਉਹ ਗੱਲ ਤਿਰੰਗੇ ਦੀ ਕਰਦੇ ਹਾਂ। ਤਿਰੰਗਾ ਸਾਡਾ ਝੰਡਾ ਵਾ, ਕੇਸਰੀ ਰੰਗ ਸਿੱਖਾਂ ਨੇ ਕਿਹਾ ਤੇ ਉਹ ਉੱਪਰ ਆਇਆ, ਨਹੀਂ ਤੇ ਸ਼ਾਇਦ ਹੋ ਸਕਦਾ ਤੀਜੇ ਤੇ ਆਉਂਦਾ, ਤੇ ਆਇਆ ਵੀ ਇਸ ਲਈ ਕਿਉਂਕਿ ਉਹ ਸਿੱਖਾਂ ਨੂੰ ਉਹ ਮਾਣ ਦਿੱਤਾ ਗਿਆ। ਸੋ ਸਿੱਖਾਂ ਨੂੰ ਬਹੁਤ ਮਾਣ ਨਾਲ ਉਹ ਰੰਗ ਨੂੰ ਅਪਣਾਉਣਾ ਚਾਹੀਦਾ। ਤੇ ਹਰਾ ਰੰਗ ਤੇ ਹੈਗਾ ਹੀ ਕਿਸਾਨੀ ਆ, ਤੇ ਚਿੱਟਾ ਰੰਗ ਜੋ ਤੁਸੀਂ ਇੱਥੇ ਵੇਖ ਲੈ ਰਹੇ ਹੋ ਅੰਦੋਲਨ ਕਿਸ ਤਰੀਕੇ ਚੱਲ ਰਿਹਾ, ਉਸ ਤਰੀਕੇ ਨਾਲ ਉਹ ਚਿੱਟਾ ਰੰਗ ਉਹ ਵੀ ਸਾਡਾ ਹੀ ਆ। ਸੋ ਆਪਾਂ ਆਪਣੀ ਹਿਸਟਰੀ ਜ਼ਰੂਰ ਪੜ੍ਹੀਏ ਤੇ ਤਿਰੰਗੇ ਨੂੰ ਨਾ ਠਕਰਾਈਏ। ਬਾਕੀ ਜੇ ਤੁਸੀਂ ਕਹੋਗੇ ਕਿ ਇਹ ਮੋਰਚੇ 'ਚੋਂ ਕੀ ਵਧੀਆ ਬਾਹਰ ਨਿਕਲਣਾ, ਆਈ ਥਿੰਕ ਸਾਰਾ ਪੋਜ਼ਿਟਿਵ ਹੀ ਨਿਕਲਣਾ, ਕੁਝ ਵੀ ਇਸ ਤੋਂ ਨੈਗੇਟਿਵ ਨਹੀਂ ਨਿਕਲਣ ਵਾਲਾ। ਜਿਸ ਹਿਸਾਬ ਨਾਲ ਇਹ ਕਿਸਾਨ ਲੱਗੇ ਪਏ ਆ ਇਹ ਮੋਰਚੇ 'ਚ, ਜਿੰਨੇ ਕਹਿ ਲਓ ਸ਼ਾਂਤੀ ਨਾਲ, ਤੇ ਆਂਦੇ ਅਸੀਂ ਕੁਛ ਭਾਵੇਂ ਸਾਨੂੰ ਤੁਸੀਂ ਆ ਕੇ ਡਾਂਗਾ ਮਾਰੋ, ਭਾਵੇਂ ਸਾਨੂੰ ਜਾਨੋਂ ਮਾਰ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ। ਬਿਲਕੁਲ। ਬਹੁਤ ਸਭ ਤੋਂ ਵੱਡਾ ਜਿਹੜਾ ਸ਼ਾਂਤੀ ਦਾ ਉਪਦੇਸ਼ ਇੱਥੋਂ ਨਿਕਲ ਕੇ ਸਾਹਮਣੇ ਆਇਆ ਜੀ। ਸੋ ਡਾਕਟਰ ਸਾਹਿਬ, 26 ਜਨਵਰੀ ਦੀ ਜੋ ਪਰੇਡ ਹੈ, ਇਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਸਾਡੇ ਨੌਜਵਾਨਾਂ ਦੇ ਲਈ ਖਾਸ ਸੰਦੇਸ਼। ਨਹੀਂ, ਪਰੇਡ ਵਧੀਆ ਜੀ। ਉੱਥੇ ਆਪਣੀ ਸਿੱਖ ਰੈਜੀਮੈਂਟ ਛਾਉਂਦੀ ਹਰ ਇੱਕ ਸਾਲ, ਹੈ ਨਾ। ਇੱਕ ਸਾਲ ਨਹੀਂ ਕਰਨ ਦਿੱਤਾ ਉਹਨਾਂ ਨੂੰ, ਚਲੋ ਉਹਨਾਂ ਡਾਊਨ ਜਿਹਾ ਹੋ ਗਿਆ ਕੰਮ। ਪਰ 26 ਜਨਵਰੀ ਪਰੇਡ ਵੇਖੋ, ਪਰੇਡ ਜਿਹੜੀ ਪਰੇਡ ਦੀ ਗੱਲ ਆ, ਉਹ ਤੇ ਸਾਡੇ ਲਈ ਮਾਣ ਦੀ ਗੱਲ ਹੈ, ਹੈ ਨਾ। ਸਾਡੇ ਦੇਸ਼ ਦੀ ਪਰੇਡ ਆ, ਉੱਥੇ ਸਿੱਖ ਰੈਜੀਮੈਂਟ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਦੇਸ਼ ਲਈ, ਤੇ ਉਹ ਆਰਮੀ ਜਾਂ ਉਹ ਜਵਾਨ ਜਿਹਦੇ ਵਿੱਚੋਂ ਕਿਸਾਨਾਂ ਦੇ ਪੁੱਤ ਆ, ਉਹ ਸੋ ਵਧੀਆ ਵਾ। ਜਿਹੜੀ ਗੱਲ ਕਿਸਾਨ ਵੀਰ ਕਰਦੇ ਆ ਕਿ ਅਸੀਂ ਵੀ ਟਰੈਕਟਰ ਲੈ ਕੇ ਜਾਵਾਂਗੇ, ਤੇ ਵੈਸੇ ਤਾਂ ਚਲੋ ਮੈਂ ਉਹਨਾਂ ਤੇ ਛੱਡ ਦੇਵਾਂ ਕਿਉਂਕਿ ਸਾਡਾ ਸੇਵਾ ਦਾ ਕੰਮ ਹੈ, ਪਰ ਉਹ ਵੀ ਜੇ ਸ਼ਾਂਤਮਈ ਨਹੀਂ ਕਹਿੰਦੇ ਅਸੀਂ ਜਾਣਾ, ਉਹ ਵੀ ਬਹੁਤ ਵਧੀਆ। ਆਪਣੇ ਦੇਸ਼ ਦੀ ਹਿਸਟਰੀ ਦਾ ਪਾਰਟ ਬਣਨਾ ਚਾਹੁੰਦੇ ਆ ਉਹ ਖੁਸ਼ੀ ਨਾਲ, ਕਿਉਂਕਿ ਜਿਹੜੇ ਦੇਸ਼ ਨੂੰ ਉਹਨਾਂ ਦੇ ਵੱਡੇ ਵਡੇਰਿਆਂ ਨੇ ਬਣਾਇਆ, ਉਹ ਚੀਜ਼ ਦੇ ਵਿੱਚ ਉਹ ਹਿੱਸਾ ਲੈਣਾ ਚਾਹੁੰਦੇ ਆ। ਉਹ ਆਪਣੀ ਪਾਵਰ ਦਿਖਾਉਣਾ ਚਾਹੁੰਦੇ ਆ ਕਿ ਵੇਖੋ ਇਹ ਦੇਸ਼ ਦੇ ਅਸੀਂ ਕਿੱਡੇ ਵੱਡੇ ਹਿੱਸੇਦਾਰ, ਕਿਉਂਕਿ ਸ਼ਾਇਦ ਉਹਨਾਂ ਚੋਂ ਹੀ ਜ਼ਿਆਦਾ ਉਹਨਾਂ ਦੇ ਨਿਆਣੇ ਹੋਣੇ ਜਿਹੜੇ ਉਦੋਂ ਪਰੇਡ ਤੇ ਫੌਜੀ ਬਣ ਕੇ, ਕਹ ਲਓ ਫੌਜੀ ਬਣ ਕੇ, ਕਿ ਹੈਗੇ ਫੌਜੀ ਆ ਜਿਹੜੇ ਉਦੋਂ ਪਰੇਡ ਕਰਨ ਦੇ ਹੋਣਾ। ਸੋ ਆਪਣੇ ਕਈਆਂ ਨੇ ਆਪਣੇ ਮੁੰਡੇ ਹੀ ਮਿਲਣ ਜਾਣਾ ਉਦੋਂ। ਸੋ ਬਹੁਤ ਆਈ ਥਿੰਕ ਫਾਰਮ ਯੂਨੀਅਨਸ ਵੱਲੋਂ ਵੀ ਆ ਗਿਆ ਕਿ ਬਹੁਤ ਸ਼ਾਂਤਮਈ ਨਾਲ ਇੱਥੋਂ ਟਰੈਕਟਰ ਜਾਣੇ ਆ ਸ਼ਾਇਦ, ਤੇ ਚੜ੍ਹਦੀ ਕਲਾ ਵਾਲਾ ਕੰਮ ਹੋਊਗਾ, ਪਿਓਾਂ ਨੇ ਪੁੱਤਾਂ ਨੂੰ ਮਿਲਣਾ। ਸੋ ਬਹੁਤ ਵਧੀਆ ਗੱਲ ਹੋ ਗਈ ਆਈ ਥਿੰਕ। ਹਾਂਜੀ। ਸੋ ਧੰਨਵਾਦ ਜੀ ਡਾਕਟਰ ਸਾਹਿਬ। ਥੈਂਕ ਯੂ ਸੋ ਮਚ ਜੀ। ਸੋ ਦੋਸਤੋ, ਇਹ ਸਨ ਡਾਕਟਰ ਸਵਾਈ ਮਾਨ ਸਿੰਘ ਜੀ। ਆਪਾਂ ਗੱਲ ਕਰੀਏ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਦੀ ਜਿਹੜੇ ਅੱਜ ਵੀ ਪਿੰਡਾਂ ਦੇ ਵਿੱਚ ਬੈਠੇ। ਮੈਂ ਬਾਰ-ਬਾਰ ਇਹ ਗੱਲ ਹਰ ਇੱਕ ਇੰਟਰਵਿਊ ਦੇ ਵਿੱਚ ਕਿਉਂ ਕਹਿੰਦੇ ਹੋ, ਅਸੀਂ ਪਿੰਡਾਂ ਦੇ ਵਿੱਚ ਇਹ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਵੇਖਦੇ ਹਾਂ ਵੀ ਕੁਝ ਲੋਕ ਮਖੌਲ ਵੀ ਕਰਦੇ ਆ, ਮਜ਼ਾਕ ਵੀ ਕਰਦੇ ਆ, ਇਸ ਚੀਜ਼ ਨੂੰ ਉਸ ਤੌਰ ਤੇ ਲੈ ਨਹੀਂ ਰਹੇ ਜਿਸ ਪੱਧਰ ਤੇ ਇੱਥੇ ਆ ਕੇ ਅਸੀਂ ਦਰਦ ਮਹਿਸੂਸ ਕਰਦੇ ਹਾਂ। ਪਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਵੇਖੋ, ਡਾਕਟਰ ਸਾਹਿਬ ਆਪਣੀ ਨੌਕਰੀ ਛੱਡ ਕੇ ਅਮਰੀਕਾ ਤੋਂ ਇੱਥੇ ਆ ਗਏ, ਤੇ ਅਸੀਂ ਸਾਡੇ ਪਿੰਡਾਂ ਦੇ ਵਿੱਚ ਆਉਣ ਦਾ ਵੀ ਜਿਹੜੇ ਸਾਡੇ ਵੀਰ ਹਜੇ ਤੱਕ ਤਹਈਆ ਨਹੀਂ ਕਰ ਰਹੇ, ਹਿੰਮਤ ਨਹੀਂ ਕਰ ਰਹੇ, ਮਿਹਨਤ ਨਹੀਂ ਕਰ ਰਹੇ, ਉਹਨਾਂ ਦੇ ਲਈ ਮੈਂ ਜ਼ਰੂਰ ਕਹਿਣਾ ਕਿ ਜ਼ਰੂਰ ਆਓ। ਇਹ ਜੋ ਇਤਿਹਾਸ 2020-21 ਦਾ ਦਿੱਲੀ ਦੀ ਧਰਤੀ ਤੇ ਰਚਿਆ ਜਾ ਰਿਹਾ ਹੈ, ਇਹਦਾ ਹਿੱਸਾ ਆਓ, ਆਪਾਂ ਵੀ ਸਾਰੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।